हाँ जी, अपना अज का टॉपिक है नॉलेज रिप्रजेंटेशन। पिछला ਆਪਾਂ चैप्टर किया नॉलेज बेस्ड सिस्टम। नॉलेज बेस्ड सिस्टम ਦੇ ਵਿੱਚ ਆਪਾਂ ਕੀਤਾ ਸੀਗਾ ਕਿ ਜਿਹੜਾ ਆਪਣਾ ਸਿਸਟਮ ਹੈ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਵਿੱਚ ਆਪਾਂ ਜਿਹੜਾ ਸਿਸਟਮ ਕਹਿ ਰਹੇ ਸੀਗੇ ਕਿ ਜਿਹੜਾ ਕਿ ਹਿਊਮਨ ਦੀ ਤਰ੍ਹਾਂ ਪ੍ਰੋਬਲਮ ਨੂੰ ਸੋਚੂਗਾ, ਹਿਊਮਨ ਦੀ ਤਰ੍ਹਾਂ ਪ੍ਰੋਬਲਮ ਨੂੰ ਆਪਣੀ ਨੂੰ ਸੋਲਵ ਕਰਕੇ ਦਊਗਾ। ਉਹਦੀ ਥਿੰਕਿੰਗ ਲੈਵਲ ਜਿਹੜਾ ਹਿਊਮਨ ਦੀ ਤਰ੍ਹਾਂ ਹੋਊਗਾ। ਤਾਂ ਦੇਖੋ ਹਿਊਮਨ ਦੀ ਤਰ੍ਹਾਂ ਜੇਕਰ ਸਿਸਟਮ ਸੋਚੂਗਾ ਤਾਂ ਕੀ ਉਹ ਨੌਲੇਜ ਬੇਸਡ ਹੋਣਾ ਚਾਹੀਦਾ, ਉਹਦੇ ਕੋਲ ਰੀਅਲ ਵਰਲਡ ਬਾਰੇ ਨੌਲੇਜ ਹੋਣੀ ਚਾਹੀਦੀ ਸਿਸਟਮ ਬਾਰੇ। ਤਾਂ ਕਰਕੇ ਆਪਾਂ ਨੌਲੇਜ ਬੇਸਡ ਸਿਸਟਮ ਕੀਤਾ ਸੀ ਕਿ ਜਿਹੜਾ ਆਪਣਾ ਸਿਸਟਮ ਉਹ ਨੌਲੇਜ ਬੇਸਡ ਹੋਊਗਾ, ਉਹਦੇ ਕੋਲ ਹਰ ਆਸਪੈਕਟ ਦੀ ਨੌਲੇਜ ਹੋਊਗੀ। ਨੌਲੇਜ ਬੇਸ ਪਲੱਸ ਇਨਫਰੈਂਸ ਇੰਜਨ। ਇਨਫਰੈਂਸ ਇੰਜਨ ਮਤਲਬ ਕਿ ਕੁਛ ਜਿਹੜੇ ਆਪਣੇ ਰੂਲਸ ਹੈ, ਕੁਛ ਕੁ ਫੈਕਟਸ ਹੈ, ਉਹਦੇ 'ਤੇ ਬੇਸਡ ਆਪਾਂ ਨੂੰ ਡਿਸੀਜ਼ਨ ਲੈ ਕੇ ਪ੍ਰੋਵਾਈਡ ਕਰਵਾਊਗਾ। ਹੁਣ ਆਪਾਂ ਅੱਜ ਦਾ ਟੋਪਿਕ ਹੈਗਾ ਆਪਣਾ ਨੌਲੇਜ ਰਿਪਰਜੈਂਟੇਸ਼ਨ, ਕਿ ਜਿਹੜੀ ਆਪਣੇ ਕੋਲ ਨੌਲੇਜ ਸਿਸਟਮ ਦੇ ਵਿੱਚ ਹੋਊਗੀ, ਅਵੇਲੇਬਲ ਹੋਊਗੀ, ਉਹਨੂੰ ਆਪਾਂ ਰੀਪ੍ਰਜੈਂਟ ਕਿਸ ਤਰੀਕੇ ਕਰਨਾ। ਜਿਹੜੀ ਆਪਣੀ ਨੌਲੇਜ ਹੈ ਉਹਨੂੰ ਰੀਪ੍ਰਜੈਂਟ ਇਹੋ ਜਿਹੇ ਤਰੀਕੇ ਨਾਲ ਕੀਤਾ ਜਾਵੇ ਕਿ ਉਸ ਦੀ ਹੈਲਪ ਨਾਲ ਆਪਾਂ ਇੱਕ ਵਧੀਆ ਸਿਸਟਮ ਤਿਆਰ ਕਰ ਸਕੀਏ। ਆਪਣੀ ਜਿਹੜੀ ਪ੍ਰੋਬਲਮ ਨੂੰ ਡਿਫਾਈਨ ਕਰਨ ਵਿੱਚ, ਪ੍ਰੋਬਲਮ ਨੂੰ ਸੋਲਵ ਕਰਨ ਵਿੱਚ ਜਿਹੜਾ ਉਹ ਨੌਲੇਜ ਹੈ ਆਪਣੀ ਹੈਲਪਫੁਲ ਹੋਵੇ। ਕਿ ਨੌਲੇਜ ਨੂੰ ਰੀਪ੍ਰਜੈਂਟ ਕਰਨ ਦਾ ਤਰੀਕਾ ਹੀ ਇੰਨਾ ਵਧੀਆ ਹੋਵੇ ਕਿ ਹਰ ਯੂਜ਼ਰ ਲਈ ਨੌਲੇਜ ਨੂੰ ਅੰਡਰਸਟੈਂਡ ਕਰਨਾ ਸੌਖਾ ਹੋਵੇ। Knowledge representation is to represent knowledge in such a way that the inference could be achieved easily। ਇਸ ਜਿਹੇ ਤਰੀਕੇ ਵਿੱਚ ਨੌਲੇਜ ਰਿਪਰਜੈਂਟ ਹੋਣੀ ਚਾਹੀਦੀ ਹੈ ਕਿ ਇਨਫਰੈਂਸ ਮੀਨਸ ਕਨਕਲੂਜ਼ਨ, ਕਿ ਕੋਈ ਡਿਸੀਜ਼ਨ ਲੈਣਾ, ਕੋਈ ਡਿਸੀਜ਼ਨ ਅਚੀਵ ਕਰਨਾ ਬਹੁਤ ਸਾਡੇ ਲਈ ਕੀ ਹੈ ਸੌਖਾ ਹੋ ਜਾਵੇ। ਤਾਂ ਕਿ ਆਪਾਂ ਉਹਦੇ ਵਿੱਚ ਕੋਈ ਸਿੰਬਲ ਵਗੈਰਾ ਹੈਗੇ ਆਪਣੀ ਨੌਲੇਜ ਦੇ ਵਿੱਚ, ਕੋਈ ਸਟੱਡੀ ਹੈ, ਕਿਵੇਂ ਆਪਾਂ ਉਹਨੂੰ ਨੌਲੇਜ ਨੂੰ ਗੇਨ ਕਰਨਾ, ਕਿਵੇਂ ਆਪਾਂ ਉਹਨੂੰ ਮੇਨਟੇਨ ਕਰਨਾ, ਉਹ ਸਾਰਾ ਕੀ ਆਪਣੀ ਨੌਲੇਜ ਰਿਪਰਜੈਂਟੇਸ਼ਨ ਦੇ ਵਿੱਚ ਆਊਗਾ। ਤਾਂ ਨੌਲੇਜ ਰਿਪਰਜੈਂਟ ਲੈਂਗੁਏਜ ਨੂੰ ਡਿਫਾਈਨ ਕਰਨ ਦੇ ਦੋ ਆਸਪੈਕਟ ਹੈ, ਦੋ ਤਰੀਕੇ ਮਤਲਬ ਪਾਰਟ ਹੈਗੇ ਆ, ਸਿੰਟੈਕਸ ਅਤੇ ਸਿਮੈਂਟਿਕ। ਸਿੰਟੈਕਸ ਦੇ ਵਿੱਚ ਤਾਂ ਹੋਊਗਾ ਕਿ ਨੌਲੇਜ ਨੂੰ ਕਿਸ ਤਰੀਕੇ ਲਿਖਣਾ, ਕਿ ਨੌਲੇਜ ਦੇ ਜਿਹੜੇ ਪਾਰਟ ਹੈਗੇ ਆਪਣੇ ਕੋਲ ਇਨਫੋਰਮੇਸ਼ਨ ਕੋਈ ਨੌਲੇਜ ਬਣੀ ਆ, ਉਹਦੇ ਜਿਹੜੇ ਪਾਰਟ ਹੈਗੇ ਆ ਉਹ ਪਾਰਟਸ ਨੂੰ ਕਿਸ ਤਰੀਕੇ ਕੰਬਾਈਨ ਕਰਕੇ ਆਪਾਂ ਇੱਕ ਵੈਲਿਡ ਸੈਂਟੈਂਸ ਬਣਾਉਣਾ। ਜਿਹੜੀ ਨੌਲੇਜ ਆ ਉਹਨੂੰ ਉਹਦੇ ਕੰਪੋਨੈਂਟ ਨੌਲੇਜ ਦੇ ਅਲੱਗ-ਅਲੱਗ ਉਹਨਾਂ ਨੂੰ ਕਨਫੀਗਰ ਕਰਕੇ ਇਕੱਠਾ ਕਰਕੇ ਇੱਕ ਵੈਲਿਡ ਸੈਂਟੈਂਸ ਬਣਾਉਣਾ, ਉਹ ਸਿੰਟੈਕਸ ਦੇ ਵਿੱਚ ਆਊਗਾ। ਸਿਮੈਂਟਿਕ ਦੇ ਵਿੱਚ ਕੀ ਹੈ, which facts in the word the sentence refer to and hence the statement about the word that each sentence makes। ਕਿ ਜਿਹੜੇ ਆਪਣੇ ਕੋਲ ਫੈਕਟ ਹੈਗੇ ਰੀਅਲ ਵਰਡ ਬਾਰੇ, ਜਿਹੜੇ ਆਪਣੇ ਕੋਲ ਸੱਚਾਈਆਂ ਹੈਗੀਆਂ, ਜ਼ਰੂਰੀ ਤੱਤ ਹੈ, ਉਹਨਾਂ ਨੂੰ ਆਪਾਂ ਇਹੋ ਜਿਹੇ ਤਰੀਕੇ ਨਾਲ ਮੇਨਟੇਨ ਕਰਕੇ ਰੱਖਣਾ ਕਿ ਹਰ ਇੱਕ ਜਿਹੜੀ ਫੈਕਟ ਹੈਗਾ ਉਹ ਇੱਕ ਨਾ ਇੱਕ ਸਟੇਟਮੈਂਟ ਬਣੇ, ਕਿ ਹਰ ਇੱਕ ਫੈਕਟ ਜਿੰਨੇ ਮੌਜੂਦ ਆ ਉਹਦੇ ਆਪਾਂ ਇੱਕ ਸਟੇਟਮੈਂਟ ਬਣਾ ਕੇ ਉਹਨੂੰ ਸਟੋਰ ਕਰਵਾ ਕੇ ਰੱਖੀਏ। ਜਿਵੇਂ ਇੱਕ ਐਗਜ਼ਾਮਪਲ ਲਈ ਹੈ ਇਹਨਾਂ ਨੇ, ਇਹ ਤਾਂ ਤੁਹਾਨੂੰ ਕਲੀਅਰ ਹੋ ਜਾਊਗਾ। ਐਕਸ ਗ੍ਰੇਟਰ ਦੈਨ ਇਜ਼ ਇਕੁਅਲ ਟੂ ਵਾਈ ਇੱਕ ਵੈਲਿਡ ਸੈਂਟੈਂਸ ਹੈ, ਠੀਕ ਹੈ। ਤਾਂ ਇਹ ਕੀ ਹੈ, ਸਿੰਟੈਕਸ ਆਪਣੇ ਕੋਲ ਵੈਲਿਡ ਸੈਂਟੈਂਸ ਹੈ, ਤਾਂ ਮੈਂ ਇਹਨੂੰ ਕੀ ਸਿੰਟੈਕਸ ਕਹਿ ਸਕਦੀ ਹਾਂ। ਸਿਮੈਂਟਿਕ ਆਪਾਂ ਇਹਨੂੰ ਕਦੋਂ ਕਵਾਂਗੇ, ਜਦੋਂ ਆਪਾਂ ਨੂੰ ਇਹਦੀ ਵੈਲਿਊ ਪਤਾ ਲੱਗ ਜਾਊ। ਐਕਸ ਗ੍ਰੇਟਰ ਦੈਨ ਇਜ਼ ਇਕੁਅਲ ਟੂ ਵਾਈ, ਇਹ ਜੇਕਰ ਐਕਸ ਗ੍ਰੇਟਰ ਦੈਨ ਇਜ਼ ਇਕੁਅਲ ਟੂ ਵਾਈ ਫਾਲਸ ਹੈ ਤਾਂ ਮੀਨਸ ਵਾਈ ਬਿਗਰ ਹੈ, ਅਦਰਵਾਈਜ਼ ਕੀ ਹੈ ਐਕਸ ਬਿਗਰ ਹੈ। ਜਦੋਂ ਆਪਾਂ ਨੂੰ ਦੇਖੋ ਇੱਕ ਸਟੇਟਮੈਂਟ ਸੀ, ਇੱਕ ਸੈਂਟੈਂਸ ਸੀ, ਤਾਂ ਆਪਾਂ ਨੂੰ ਸਟੇਟਮੈਂਟ ਕੀ ਨਿਕਲ ਕੇ ਆਈ ਕਿ ਐਕਸ ਵੱਡਾ ਜਾਂ ਵਾਈ ਵੱਡਾ। ਜਿਹੜਾ ਸੈਂਟੈਂਸ ਤੋਂ ਆਪਾਂ ਨੂੰ ਕੋਈ ਸਟੇਟਮੈਂਟ ਨਿਕਲ ਕੇ ਸਾਹਮਣੇ ਆਵੇ ਉਹਨੂੰ ਆਪਾਂ ਸਿਮੈਂਟਿਕ ਬੋਲਾਂਗੇ। ਕੁਛ ਕੁ ਫਿਰ ਇਹਨਾਂ ਨੇ ਰੀਜ਼ਨਿੰਗ ਮਤਲਬ ਮੇਜਰ ਫੈਮਲੀਜ਼ ਦਿੱਤੀਆਂ ਕਿ ਆਪਣੇ ਨੌਲੇਜ ਬੇਸਡ ਸਿਸਟਮ ਦੇ ਕਿਹੜੇ ਕਿਹੜੇ ਆਪਣੇ ਕੰਮ ਹੋ ਸਕਦੇ ਆ। ਥਿਊਰਮ ਪ੍ਰੂਵਸ ਕਰਾਂਗੇ ਆਪਾਂ ਇਹਦੇ ਵਿੱਚ। ਲੌਜਿਕ ਪ੍ਰੋਗਰਾਮਿੰਗ ਲੈਂਗੁਏਜ ਹੋ, ਸਿਮੈਂਟਿਕ ਨੈਟਵਰਕ, ਰੂਲ ਬੇਸਡ ਪ੍ਰੋਡਕਸ਼ਨ ਸਿਸਟਮ ਹੋ, ਡੇਟਾਬੇਸ ਹੋਊਗਾ ਜਿਹਦੇ ਵਿੱਚ ਆਪਣੀ ਸਾਰੀ ਨੌਲੇਜ ਰਿਪਰਜੈਂਟ ਹੋਊਗੀ, ਕੰਸਟ੍ਰੇਂਟ ਰੀਜ਼ਨਿੰਗ ਸਿਸਟਮ, ਟਰੂਥ ਮੇਨਟੇਨੈਂਸ, ਜਿਹੜੇ ਆਪਣੇ ਫੈਕਟ ਹੈ ਉਹਨਾਂ ਨੂੰ ਆਪਾਂ ਮੇਨਟੇਨ ਕਰਕੇ ਰੱਖਾਂਗੇ। ਨਿਊ ਫੈਕਟ ਆਉਣਗੇ ਤਾਂ ਆਪਾਂ ਉਹਨਾਂ ਨੂੰ ਇਨਸਰਟ ਕਰਾਂਗੇ। ਜੇਕਰ ਪੁਰਾਣੇ ਕਿਸੇ ਫੈਕਟ ਦੇ ਵਿੱਚ ਆਪਾਂ ਨੂੰ ਕੋਈ ਨਵੀਂ ਗੱਲ ਪਤਾ ਲੱਗਦੀ ਹੈ ਤਾਂ ਆਪਾਂ ਕੀ ਉਹਨੂੰ ਅਪਡੇਟ ਕਰਾਂਗੇ। ਐਲੀਮੈਂਟਸ ਕੀ ਹੈ ਰਿਪਰਜੈਂਟੇਸ਼ਨ ਦੇ, ਦੇਖੋ ਰਿਪਰਜੈਂਟ ਵਰਡ ਅਬਾਊਟ ਵਟ। ਪਹਿਲਾਂ ਤਾਂ ਨੌਲੇਜ ਦੇਖਾਂਗੇ ਆਪਾਂ ਕਿਸ ਬਾਰੇ ਹੈ, ਕਿਸ ਬਾਰੇ ਨੌਲੇਜ ਅਸੀਂ ਇਕੱਠੀ ਕਰ ਰਹੇ ਹਾਂ। ਰਿਪਰਜੈਂਟਿੰਗ ਵਰਡ ਯੂਜ਼ਿੰਗ ਵਟ, ਤਾਂ ਆਪਾਂ ਜਿਹੜੀ ਨੌਲੇਜ ਗੇਨ ਕੀਤੀ ਹੈ ਨਾ ਉਹਨੂੰ ਯੂਜ਼ਿੰਗ ਵਟ ਕਿਸ ਪਰਪਸ ਲਈ ਆਪਾਂ ਯੂਜ਼ ਕਰਨਾ ਅੱਗੇ ਚੱਲ ਗਏ। ਰਿਪਰਜੈਂਟਿੰਗ ਰੂਲਸ ਹਾਊ ਟੂ ਮੈਪ, ਤਾਂ ਜਿਹੜੀ ਆਪਣੇ ਕੋਲ ਨੌਲੇਜ ਹੈ ਉਹਨੂੰ ਆਪਾਂ ਕੋਈ ਪ੍ਰੋਬਲਮ ਨੂੰ ਸੋਲਵ ਕਰਨ ਲਈ ਕਿਸ ਤਰੀਕੇ ਨਾਲ ਯੂਜ਼ ਕਰਨੀ ਹੈ, ਠੀਕ ਹੈ। ਪਹਿਲਾਂ ਤਾਂ ਹੈ ਅਬਾਊਟ ਵਟ, ਕਿਸ ਬਾਰੇ ਨੌਲੇਜ ਹੈ, ਫਿਰ ਉਹਨੂੰ
किस ਲਈ यूज़ करना, फिर की है उन्होंने किस तरह यूज़ करना अपनी कोई प्रॉब्लम सॉल्व करने ਲਈ। फिर अपना सब तो पहला आ गया ऑब्जैक्ट। ऑब्जैक्ट हुंदा जी अपना ਜਿਹਦੇ ਬਾਰੇ ਆਪਾਂ ਮਤਲਬ ਮੰਨ ਲਓ ਗੇਨ ਇਕੱਠੀ ਕਰ ਰਹੇ ਹਾਂ ਆਪਣੀ ਨੌਲੇਜ। ਫੈਕਟ ਅਬਾਊਟ ਆਬਜੈਕਟਸ, ਜਿਹੜੇ ਆਬਜੈਕਟ ਬਾਰੇ ਅਸੀਂ ਫੈਕਟ ਇਕੱਠੇ ਕਰ ਰਹੇ ਹਾਂ ਉਹ ਆਪਣਾ ਕੀ ਹੈ ਆਬਜੈਕਟ ਹੋਊਗਾ। ਜਿਸ ਰੀਅਲ ਵਰਲਡ ਡੋਮੇਨ ਬਾਰੇ ਅਸੀਂ ਫੈਕਟ ਇਕੱਠੇ ਕਰ ਰਹੇ ਹਾਂ, ਨੌਲੇਜ ਇਕੱਠੀ ਕਰ ਰਹੇ ਹਾਂ, ਆਪਣਾ ਡੋਮੇਨ ਕੀ ਹੈ ਆਬਜੈਕਟ ਹੋਊਗਾ। ਈਵੈਂਟ ਕੀ ਹੈ, ਜਿਹੜਾ ਆਪਾਂ ਉਸ ਆਬਜੈਕਟ ਦੇ ਬੇਸ 'ਤੇ ਜਾਂ ਨੌਲੇਜ ਦੇ ਬੇਸ 'ਤੇ ਐਕਸ਼ਨ ਅਪਲਾਈ ਕਰਾਂਗੇ। ਮੰਨ ਲਓ ਆਪਾਂ ਕਿਵੇਂ ਆਬਜੈਕਟ ਕੀ ਕਹਿ ਸਕਦੇ, ਕੋਈ ਗਿਟਾਰ ਆ ਉਹ ਆਬਜੈਕਟ ਹੈ, ਠੀਕ ਹੈ, ਉਹਦੇ ਬਾਰੇ ਆਪਾਂ ਨੂੰ ਨੌਲੇਜ ਹੈ। ਰਜਤ ਪਲੇਟ ਦਾ ਗਿਟਾਰ, ਤਾਂ ਰਜਤ ਗਿਟਾਰ ਵਜਾ ਰਿਹਾ ਤਾਂ ਕੀ ਈਵੈਂਟ ਪਰਫੋਰਮ ਹੋ ਗਿਆ ਕਿ ਉਹ 'ਤੇ ਕੋਈ ਐਕਸ਼ਨ ਹੋ ਰਿਹਾ ਨਾ ਆਪਣੇ ਆਬਜੈਕਟ 'ਤੇ, ਆਬਜੈਕਟ ਨੂੰ ਕੀ ਆਪਾਂ ਵਜਾ ਰਹੇ ਹਾਂ। ਪਰਫੋਰਮੈਂਸ, ਤਾਂ ਜਿਹੜਾ ਆਪਣੇ ਕੋਲ ਆਬਜੈਕਟ ਹੈ ਜਾਂ ਜਿਹੜੀ ਨੌਲੇਜ ਹੈ ਉਹਨੂੰ ਯੂਜ਼ ਕਰਕੇ ਆਪਾਂ ਕੋਈ ਪ੍ਰੋਬਲਮ ਸੋਲਵ ਕਰਾਂਗੇ ਤਾਂ ਉਸ ਦਾ ਪਰਫੋਰਮੈਂਸ ਕਿੰਨੀ ਆ, ਕੀ ਆਪਣੇ ਜਿਹੜਾ ਨੌਲੇਜ ਹੈ ਆਪਣੇ ਕੋਲ ਉਹ ਸਹੀ ਕੰਮ ਕਰ ਰਹੀ ਹੈ। ਜਿਵੇਂ ਇਹਨਾਂ ਨੇ ਦਿੱਤਾ ਆ ਬਿਹੇਵੀਅਰ ਲਾਈਕ ਪਲੇਇੰਗ ਦਾ ਗਿਟਾਰ ਇਨਵੋਲਵਸ ਨੌਲੇਜ ਅਬਾਊਟ ਹਾਊ ਟੂ ਡੂ ਥਿੰਗਸ। ਪਰਫੋਰਮੈਂਸ ਦੇ ਵਿੱਚ ਕੀ ਦੇਖਦੇ ਹਾਂ ਕਿ ਆਪਾਂ ਚੀਜ਼ਾਂ ਨੂੰ ਕਿਵੇਂ ਕਰਦੇ ਹਾਂ, ਹਾਊ ਟੂ ਡੂ ਥਿੰਗਸ। ਮੈਟਾ ਨੌਲੇਜ, ਮੈਟਾ ਨੌਲੇਜ ਤੋਂ ਪਹਿਲਾਂ ਤੁਹਾਨੂੰ ਇੱਕ ਟੋਪਿਕ ਤੁਸੀਂ ਪੜ੍ਹਿਆ ਹੋਊਗਾ DBMS ਵਿੱਚ ਦੇ ਹੋਰ ਕਿਸੇ ਸਬਜੈਕਟ ਦੇ ਵਿੱਚ, ਡੇਟਾ ਮੈਟਾ ਡਾਟਾ। ਮੈਟਾ ਡਾਟਾ ਹੁੰਦਾ ਸੀ ਡਾਟਾ ਅਬਾਊਟ ਡਾਟਾ, ਜਿਹੜਾ ਕਿ ਡਾਟਾ ਨੂੰ ਰੀਪ੍ਰਜੈਂਟ ਕਰਦਾ। ਮੰਨ ਲਓ ਆਪਣੇ ਕੋਲ ਕੋਈ ਸਟੂਡੈਂਟ ਦਾ ਡਾਟਾ ਜਿਹੜਾ ਆਪਾਂ ਨੂੰ ਦੱਸੂਗਾ ਕਿ ਸਟੂਡੈਂਟ ਦਾ ਡਾਟਾ, ਉਹਨੂੰ ਆਪਾਂ ਬੋਲਾਂਗੇ ਮੈਟਾ ਡਾਟਾ। ਮੈਟਾ ਨੌਲੇਜ ਕੀ ਹੈ ਕਿ ਨੌਲੇਜ ਅਬਾਊਟ ਵਟ ਵੀ ਨੋ, ਆਪਾਂ ਨੂੰ ਕੀ ਚੀਜ਼ ਪਤਾ ਉਹਦੇ ਬਾਰੇ ਜਿਹੜੀ ਆਪਾਂ ਨੂੰ ਨੌਲੇਜ ਹੋਵੇ, ਠੀਕ ਹੈ। ਹੁਣ ਦੇਖੋ ਆਪਣੇ ਕੋਲ ਕੁਝ ਨੌਲੇਜ ਹੈ ਤਾਂ ਆਪਾਂ ਨੂੰ ਉਹਦੇ ਬਾਰੇ ਪਤਾ ਹੋਣਾ ਚਾਹੀਦਾ ਕਿ ਆਪਾਂ ਨੂੰ ਕੀ ਕੀ ਚੀਜ਼ਾਂ ਦੀ ਨੌਲੇਜ ਹੈ, ਤਾਂ ਉਹਨੂੰ ਆਪਾਂ ਮੈਟਾ ਨੌਲੇਜ ਕਹਾਂਗੇ। ਨੌਲੇਜ ਅਬਾਊਟ ਵਟ ਵੀ ਨੋ ਜਾਂ ਨੌਲੇਜ ਅਬਾਊਟ ਨੌਲੇਜ ਵੀ ਆਪਾਂ ਬੋਲ ਸਕਦੇ ਹਾਂ। ਤਾਂ ਜਿਵੇਂ ਇਹਨਾਂ ਨੇ ਕਿਹਾ ਰੋਬਟ ਹੂ ਪਲੈਨਸ ਅ ਟ੍ਰਿਪ, ਐਗਜ਼ਾਮਪਲ ਇਹ ਹੈ ਕਿ ਰੋਬਟ ਹੈ ਕੋਈ, ਉਹ ਕੀ ਹੈ ਟ੍ਰਿਪ ਪਲਾਨ ਕਰ ਰਿਹਾ। ਇਟ ਨੋਜ਼ ਦੈਟ ਇਟ ਕੈਨ ਰੀਡ ਸਟਰੀਟ ਸਾਈਨਸ, ਹੁਣ ਦੇਖੋ ਰੋਬਟ ਨੂੰ ਪਤਾ ਕਿ ਉਹ ਸਟਰੀਟ ਸਾਈਨ ਰੀਡ ਕਰ ਸਕਦਾ, ਅਤੇ ਸਟਰੀਟ ਸਾਈਨ ਰੀਡ ਕਰਦਾ ਕਰਦਾ ਕਿ ਉਹ ਉੱਥੇ ਪਹੁੰਚ ਸਕਦਾ ਜਿੱਥੇ ਉਹ ਪਹੁੰਚਣਾ ਚਾਹੁੰਦਾ। ਤਾਂ ਇਹ ਕੀ ਮੈਟਾ ਡਾਟਾ, ਰੋਬਟ ਦਾ ਮੈਟਾ ਡਾਟਾ ਕੀ ਹੋਇਆ ਕਿ ਉਹਨੂੰ ਪਤਾ ਕਿ ਉਹਨੂੰ ਸਟਰੀਟ ਸਾਈਨਸ ਪੜ੍ਹਨੇ ਆਉਂਦੇ ਆ, ਤਾਂ ਉਹ ਸਟਰੀਟ ਸਾਈਨ ਪੜ੍ਹ ਕੇ ਆਪਣੀ ਜਿਹੜੀ ਕੀ ਹੈਗਾ ਡੈਸਟੀਨੇਸ਼ਨ 'ਤੇ ਪਹੁੰਚ ਸਕਦਾ। ਫਿਰ ਆਪਾਂ ਨੂੰ ਕੁਛ ਕੁ ਨਾ ਐਂਟੀਟੀਜ਼ ਦਿੱਤੀਆਂ ਨੌਲੇਜ ਦੀਆਂ, ਦੋ ਤਰ੍ਹਾਂ ਦੀਆਂ ਐਂਟੀਟੀਜ਼ ਹੁੰਦੀਆਂ ਨੌਲੇਜ ਦੀਆਂ। ਪਹਿਲੀ ਹੈਗੀ ਫੈਕਟ, ਨੌਲੇਜ ਦੇ ਵਿੱਚ ਕੀ ਹੈ ਹਮੇਸ਼ਾ ਸੱਚਾਈ ਹੋਣੀ ਚਾਹੀਦੀ ਹੈ, ਫੈਕਟ ਹੋਣਾ ਚਾਹੀਦਾ। ਪਹਿਲਾ ਫੈਕਟ ਹੈ, ਦੂਸਰਾ ਰੀਪ੍ਰਜੈਂਟੇਸ਼ਨ ਆਫ ਫੈਕਟ। ਪਹਿਲਾ ਫੈਕਟ ਹੋਣਾ ਚਾਹੀਦਾ, ਦੂਸਰਾ ਕੀ ਆਪਾਂ ਨੂੰ ਰੀਪ੍ਰਜੈਂਟ ਕਿਵੇਂ ਕਰਨਾ ਫੈਕਟ। ਨੌਲੇਜ ਦੀਆਂ ਦੋ ਐਂਟੀਟੀ ਹੈ। ਟਰੁੱਥ ਅਬਾਊਟ ਦਾ ਰੀਅਲ ਵਰਲਡ ਐਂਡ ਵਟ ਵੀ ਪ੍ਰੈਜੈਂਟ, ਕਿ ਜਿਹੜਾ ਕੁਛ ਅਸੀਂ ਪ੍ਰੈਜੈਂਟ ਕਰ ਰਹੇ ਹਾਂ ਕਿ ਉਹ ਟਰੁੱਥ ਹੈ ਰੀਅਲ ਵਰਲਡ ਦੇ ਵਿੱਚ ਐਗਜ਼ਿਸਟ ਕਰਦਾ। ਤਾਂ ਨੌਲੇਜ ਦੇ ਵਿੱਚ ਹਮੇਸ਼ਾ ਉਹੀ ਜਿਹੜੇ ਫੈਕਟ ਉਹੀ ਗੱਲਾਂ ਆਉਣਗੀਆਂ, ਉਹੀ ਚੀਜ਼ਾਂ ਆਉਣਗੀਆਂ ਜਿਹੜੀਆਂ ਕਿ ਫੈਕਟ ਹੈਗੀਆਂ ਨੇ। ਰੀਪ੍ਰਜੈਂਟੇਸ਼ਨ ਆਫ ਫੈਕਟ, ਕਿ ਜਿਹੜੀ ਆਪਾਂ ਫੈਕਟ ਇਕੱਠੇ ਕਰ ਰਹੇ ਹਾਂ ਉਹਨਾਂ ਨੂੰ ਰੀਪ੍ਰਜੈਂਟ ਕਰਨ ਦਾ ਤਰੀਕਾ ਕੀ ਹੋਊਗਾ, ਉਹਨਾਂ ਨੂੰ ਕਿਸ ਤਰੀਕੇ ਆਪਾਂ ਰੀਪ੍ਰਜੈਂਟ ਕਰਾਂਗੇ ਕਿ ਉਹਨਾਂ ਦਾ ਆਪਾਂ ਵਧੀਆ ਯੂਜ਼ ਕਰ ਸਕੀਏ ਆਪਣੀਆਂ ਪ੍ਰੋਬਲਮਸ ਵਗੈਰਾ ਨੂੰ ਸੋਲਵ ਕਰਨ ਦੇ ਲਈ। ਫੈਕਟਸ ਵਿੱਚ ਵੀ ਮੈਨੂਪਲੇਟ, this can be represent as a symbol level since we usually define the representation in term of symbol and can be manipulated by a program। ਤਾਂ ਕਿ ਇਹ ਫੈਕਟਸ ਨੂੰ ਕਹਿੰਦੇ ਆਪਾਂ ਸਿੰਬਲ ਦੇ ਵਿੱਚ ਰੀਪ੍ਰਜੈਂਟ ਕਰ ਦਿੰਦੇ ਤਾਂ ਕਿ ਲੋੜ ਪੈਣ 'ਤੇ ਉਹਨਾਂ ਨੂੰ ਪ੍ਰੋਗਰਾਮਸ ਦੇ ਵਿੱਚ ਜਾ ਕੇ ਮੈਨੂਪਲੇਟ ਕਰ ਸਕੀਏ। ਜੇ ਕੁਛ ਨਵਾਂ ਐਡ ਕਰਨਾ, ਡਿਲੀਟ ਕਰਨਾ, ਅਪਡੇਟ ਕਰਨਾ ਤਾਂ ਆਪਾਂ ਮੈਨੂਪਲੇਸ਼ਨ ਕਰ ਸਕਦੇ ਹਾਂ। ਅਤੇ ਇਹ ਐਂਟੀਟੀਜ਼ ਦਾ ਕੀ ਹੈ ਦੋ ਲੈਵਲ ਦੇਖੋ ਅੱਗੇ, ਨੌਲੇਜ ਲੈਵਲ ਅਤੇ ਸਿੰਬਲ ਲੈਵਲ। ਨੌਲੇਜ ਲੈਵਲ ਦੇ ਵਿੱਚ ਹੁੰਦਾ ਐਟ ਵਿਚ ਫੈਕਟਸ ਆਰ ਡਿਸਕ੍ਰਾਈਬਡ। ਸਿੰਬਲ ਲੈਵਲ 'ਤੇ ਹੈਗਾ ਐਟ ਵਿਚ ਰੀਪ੍ਰਜੈਂਟੇਸ਼ਨ ਆਫ ਆਬਜੈਕਟ ਆਰ ਡਿਫਾਈਨਡ ਇਨ ਟਰਮ ਆਫ ਸਿੰਬਲ ਦੈਟ ਕੈਨ ਬੀ ਮੈਨੂਪਲੇਟਡ ਇਨ ਪ੍ਰੋਗਰਾਮਸ। ਪਹਿਲਾਂ ਤਾਂ ਨੌਲੇਜ ਲੈਵਲ 'ਤੇ ਤਾਂ ਇਹੀ ਹੈ ਕਿ ਫੈਕਟਸ ਹੈਗੇ ਇਹਨਾਂ ਨੂੰ ਡਿਸਕ੍ਰਾਈਬ ਕੀਤਾ ਹੋਇਆ, ਕੁਛ ਕੁ ਸੱਚਾਈ ਹੈ, ਕੁਛ ਕੁ ਨੌਲੇਜ ਹੈ ਆਪਣੇ ਕੋਲ, ਉਹਨੂੰ ਆਪਾਂ ਸਿਰਫ ਕੀ ਹੈ ਡਿਸਕ੍ਰਾਈਬ ਕਰਨਾ। ਸਿੰਬਲ ਦੇ ਵਿੱਚ ਕੀ ਉਹਨੂੰ ਆਪਾਂ ਸਿੰਬਲ ਦੇ ਟਰਮ ਦੇ ਵਿੱਚ ਡਿਫਾਈਨ ਕਰਨਾ, ਕਿਉਂਕਿ ਜਦੋਂ ਆਪਾਂ ਕਿਸੇ ਨੌਲੇਜ ਨੂੰ ਮੈਨੂਪਲੇਟ ਕਰਨਾ ਉੱਥੇ ਕੀ ਆਪਾਂ ਨੂੰ ਉਹਨੂੰ ਪ੍ਰੋਗਰਾਮ ਦੇ ਥਰੂ ਮੈਨੂਪਲੇਟ ਕਰਨਾ ਬਹੁਤ ਉੱਥੇ ਕੀ ਉਹ ਸਿੰਬਲ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ। ਨੈਕਸਟ ਆਪਾਂ ਨੂੰ ਇਹਨਾਂ ਨੇ ਇੱਕ ਦਿੱਤਾ ਹੈਗਾ ਹੈਸਾਟੇਲ ਜਾਂ ਫਿਰ ਇਹਨੂੰ ਜੈਕੀ ਵੀ ਬੋਲ ਦਿੰਦੇ ਆ ਹੈ ਨਾ। ਤਾਂ ਉੱਪਰ ਦੇਖੋ ਇਹਦੇ ਉੱਪਰ ਲਿਖਿਆ ਹੋਇਆ ਜੈਕੀ ਇਜ਼ ਅ ਡੋਗ ਐਜ਼ ਅ ਡੋਗ ਜੈ, ਠੀਕ ਹੈ, ਜੈਕੀ ਇਜ਼ ਅ ਡੋਗ ਵੀ ਕੁਡ ਦੈਨ ਇਨਫਰ ਫਾਈਨ ਕੰਕਲੂਜਨ। ਫਿਰ ਕੀ ਕੰਕਲੂਜਨ ਕਰਨਾ, ਫॉर ऑल एक्स
X is a dog. For all X is a dog, that implies X has a tail. ठीक है, has a tail means कि पूछ हैगी है, tail. For all X इत्थे लिखिया होया ना ऊपर इसी for all X belongs to dog means कि X is a dog, that implies कि जेकर आप कहने एक्स डॉग है तो ये तो की सिद्ध होंदा मतलब कि अपने को कंक्लूजन निकलदा कि एक्स दे की है टेल है। हुण इहदे विच फर्क कित्थे आउंदा देखो, जे आप कहिए द सेंटेंस ऑल डॉग्स हैव टेल्स, जे आप सेंटेंस लैने ऑल डॉग्स हैव टेल्स कि ਜਿਹੜੇ ਕੁੱਤੇ ਆ है ना जिन्ने भी कुत्ते होणगे डॉग होणगे अपने उन्हां ते की है पूछ हुंदी है। एंड एवरी डॉग हैज़ अ टेल, तो आप दूसरा कह रहे हैं कि हर एक डॉग दे की है एक पूछ हुंदी है। दोनों सेंटेंस क्या सेम ही चीज़ रहे है बट फर्क कित्थे पै जांदा। फस्ट जिहड़ा सेंटेंस है ऑल डॉग्स हैव टेल्स कि हर एक कुत्ते दे एक तो वध पूछ हो सकती है, बट द सैकेंड सेंटेंस सेज दैट वन डॉग हैज़ ओनली वन टेल। तो आप ये जो सैकेंड सेंटेंस है देखो कि रिप्रजेंटेशन सही है अपनी नॉलेज की। नॉलेज अपन पहले तो भी मिल रही है कि डॉग्स से पूछ होंगी है बट वो रिप्रजेंटेशन सही नहीं हैगी। जो अपना सैकेंड सेंटेंस है वो की अपने को रिप्रजेंटेशन है जी सही हैगी है। एक इन्होंने एग्जाम्पल होर ली है द डक एंड द ऑस्ट्रिच आर ओनली टू मैमल्स दैट ले एग्स। डक तो ऑस्ट्रिच दो इहो जे मतलब आप पंछी भी नहीं कह सकते, इन्होंने जानवर भी नहीं कह सकते, मैमल की कैटागरी च आउंदे है कि जिहड़े एग दिंदे आ। ठीक है, ओनली बर्ड्स एंड मैमल्स आर वार्म ब्लड, तो जिहड़े बर्ड होंदे आ ते मैमल होंदे उन्हां दा ही जिहड़ा खून है वार्म हुंदा। ठीक है, सूजन माई पैट इज़ वार्म ब्लडड एंड हैज़ नो फैदर। सूजन है एक अपना पालतू है तो वह वार्म ब्लड है पर वो की खंभ नहीं हैगी। ऑल वर्ड्स है फैदर, तो वर्ड दे फैदर होंदे आ मीनस कि वर्ड दे फैदर होंदे आ। जिहड़ा साडे कोल सूजन है वो फैदर नहीं हैगे बट वो वार्म ब्लड है तो की है मैमल है। तो आपां ये तो की कंक्लूजन कढ़िया कि जिहड़ा साडे कोल सूजन है साडा पैट है वो की है एक मैमल है तो की है एग दिंदा गा। ठीक है, तो आपां नूं की है पूरिया एग्जाम्पल्स के विचों आपां आपदी जिहड़ा अपना पैट हैगा सूजन वो की कैटागरी डिफाइन करती दैट सूजन इज़ अ मैमल नॉट अ वर्ड। नैक्सट अपनी हैगी जी अप्रोचस टू नॉलेज रिप्रजेंटेशन कि आपां नॉलेज है रिप्रजेंट हैगी है तो उदों तक पहुँचन अप्रोच की होगी उन्होंने है ना यूज़ करन दी अपने कोल। सब तो पहला अपने कोल हैगा सिंपलैसट रिलेशनल नॉलेज। सब तो ईजी मैथड है यूज़ करन दा, सिंपलैसट वे है स्टोर करन दा है ना अपनी नॉलेज नूं। इहदे विच की है सिस्टमैटिकली कॉलम्स दे विच आपां डाटा रिप्रजेंट करांगे, टैपुलर फॉर्म दे विच डाटा रिप्रजेंट करांगे, कॉलम्स होणगे रोज़ होणगे जितों कि आपां सिंपली डाटा एक्सैस कर सकते हैं। सिंपल वे टू स्टोर फैक्ट, ईच फैक्ट अबाउट ऑब्जैक्ट इज सैट आउट सिस्टमैटिकली इन कॉलम दे विच होगा। लिटल अपॉर्चुनिटी ऑफ इनफ्रेंस होगा कि शॉर्ट टाइम दे विच ही अपने की है डिसीजन फाइंड आउट हो जाएंगे। इनफ्लुएंस इंजन ताई उन्होंने दिता होया विच जिवें पहला सारे म्यूजिशियन के नाम दिते आपां नूं एक कॉलम दे विच, सैकेंड दे विच उन्हां दा स्टाइल दस्सिया, इंस्ट्रूमेंट दस्सिया ते एज दस्सी है। जेकर हुण आपां नूं कोई पुछदा हू प्लेज जैज़ ट्रंपट कि जैज़ स्टाइल दे विच ट्रंपट कौन बजा रहा तो आपां सिंपली उहदा आंसर फाइंड आउट करके दस दांगे कि माइल्स डेविस बजा सकदा। ठीक है, तो जल्दी तो जल्दी आप इहदे नाल की डाटा एक्सैस कर सकदी हैं। इनहैरीटेबल नॉलेज, इनहैरीटेबल नॉलेज दे विच की है जिवें आपां तुसीं इनहैरीटेंस कीता सी C++ दे विच एक टॉपिक उहदे विच की है कि आपां जिहड़ा डाटा हुंदा सी क्लासिस दे विच डिवाइड कीता हुंदा सी, इहदे विच भी आपां अलग अलग क्लास दे विच डाटा स्टोर करवावांगे। तो हर जिहड़ी अपनी बेस क्लास होगी उन्होंने डराइवड क्लास इनहैरिट करूगी तो डराइवड क्लास के कुछ क अपने फीचर्स होंगे तो कुछ की है वो बेस क्लास के फीचर्स यूज़ करूगा। एट्रीब्यूट होणगे हर एक क्लास के अपने उन्होंने एसोसीएट वैल्यूज़ होणगियां इनहैरिट करनगे मैंबरस अपनी बेस क्लास के तो उन्होंने हायरार्की होगी तो एरोज़ के नाल की आपां उन्होंने शो करांगे जिवें कि अपने डायग्राम के विच दिता होया। देखो हुण की है पहला इन्होंने बेस क्लास बनाई अडल्ट मेल उन्होंने एज 35 फिक्स की। हुण आपां जेकर पढ़ीए जैज़ बारे, जैज़ इज़ अ म्यूजिशियन इज़ अ अडल्ट मेल कि जैज़ एक म्यूजिशियन है तो की अडल्ट मेल हैगा।
इस तरीके ਆਪਾਂ ਕੀ ਹੈ ਨੌਲੇਜ ਗੇਨ ਕਰ ਸਕਦੇ ਹਾਂ ਹਰੈਰੀਕਲ ਦੇ ਵਿੱਚ। ਹਰੈਰੀਕਲ ਦੇ ਵਿੱਚ ਕੀ ਹੁੰਦਾ, ਟੈਬਲ ਇਨਹੈਰੀਟੈਂਸ ਦੇ ਵਿੱਚ ਕੀ ਹੁੰਦਾ, ਇੱਕ ਟਰੀ ਦੀ ਫੋਰਮ ਦੇ ਵਿੱਚ ਆਪਾਂ ਨੂੰ ਕੀ ਹੈ ਨੌਲੇਜ ਰਿਪਰੈਜ਼ੈਂਟ ਹੋਊਗੀ। ਇਨਫਰੈਂਸ਼ੀਅਲ ਨੌਲੇਜ, ਇਨਫਰੈਂਸ਼ੀਅਲ ਨੌਲੇਜ ਕੀ ਹੈ, it is based on reasoning from facts or from other inferential knowledge, ਜਿਹੜੀ ਕਿ ਆਪਾਂ ਨੂੰ ਨੌਲੇਜ ਕਿਸੇ ਫੈਕਟ ਤੋਂ ਮਿਲੇ ਜਾਂ ਆਪਣੇ ਕੋਲ ਜਿਹੜੀ ਪਹਿਲਾਂ ਫੈਕਟ ਸਟੋਰ ਹੈਗੇ ਆ ਉਹਨਾਂ ਤੋਂ ਆਪਾਂ ਨੂੰ ਨੌਲੇਜ ਮਿਲੇ, ਤਾਂ ਉਹਨੂੰ ਕੀ ਆਪਾਂ ਇਨਫਰੈਂਸ਼ੀਅਲ ਨੌਲੇਜ ਕਹਿੰਦੇ ਹਾਂ। ਇਟ ਮੇ ਔਰ ਮੇ ਨੋਟ ਬੀ ਵੈਰੀਫਾਈਡ ਬਾਈ ਓਬਜ਼ਰਵੇਸ਼ਨ ਔਰ ਟੈਸਟਿੰਗ। ਤਾਂ ਇਹ ਕੀ ਹੈ, ਕਈ ਵਾਰ ਕਹਿੰਦੇ ਟੈਸਟਿੰਗ ਨੌਲੇਜ ਹੋ ਜਾਂਦੀ ਹੈ ਕਿ ਨੌਲੇਜ ਜਿਹੜੀ ਆਪਣੇ ਕੋਲ ਸਟੋਰ ਆ ਉਹ ਸਹੀ ਹੈ ਜਾਂ ਨਹੀਂ। ਕਈ ਵਾਰ ਆਪਣੀ ਇਹ ਨੌਲੇਜ ਜਿਹੜੀ ਟੈਸਟ ਨਹੀਂ ਹੋ ਪਾਉਂਦੀ। ਜਿਵੇਂ ਇਹਦੇ ਵਿੱਚ ਐਗਜ਼ਾਮਪਲ ਲਈ ਹੈ ਇਹਨਾਂ ਨੇ, ਆਲ ਡੋਗਸ ਹੈਵ ਟੇਲਸ। ਦੇਖੋ ਆਪਾਂ ਇਹਦੇ ਵਿੱਚ ਕੀ ਹੈ, ਦੇਖੋ ਹੈ ਤਾਂ ਸਹੀ ਨੌਲੇਜ ਕਿ ਹਰ ਇੱਕ ਡੋਗ ਦੇ ਪੂਛ ਹੁੰਦੀ ਹੈ, ਬਟ ਰਿਪਰੈਜ਼ੈਂਟੇਸ਼ਨ ਸਹੀ ਨਹੀਂ ਹੈਗੀ, ਤਾਂ ਆਪਾਂ ਇਹਨੂੰ ਵੈਰੀਫਾਈ ਨਹੀਂ ਕਰ ਸਕਦੇ, ਟੈਸਟੇਬਲ ਨਹੀਂ। ਟੈਸਟਿੰਗ ਦੇ ਵਿੱਚ ਆਪਾਂ ਨੂੰ ਨਹੀਂ ਪਤਾ ਲੱਗੂ ਕਿ ਸਹੀ ਹੈ ਕਿ ਨਹੀਂ, ਕਿਉਂਕਿ ਰਿਪਰੈਜ਼ੈਂਟੇਸ਼ਨ ਦੇ ਵਿੱਚ ਥੋੜ੍ਹਾ ਪ੍ਰੋਬਲਮ ਆ ਰਹੀ ਹੈ ਆਪਾਂ ਨੂੰ ਇੱਥੇ। ਪ੍ਰੋਸੀਜਰਲ ਨੌਲੇਜ, procedural knowledge, it consider the manner in which things work under different sets of circumstances। ਇਹੋ ਜਿਹੀ ਨੌਲੇਜ ਦੇ ਵਿੱਚ ਕੀ ਹੈ, ਆਪਾਂ ਅਲੱਗ-ਅਲੱਗ ਹਾਲਾਤਾਂ ਨੂੰ ਵੇਖ ਕੇ ਜਿਹੜਾ ਕੰਮ ਕਰਦੇ ਹਾਂ। ਜਿਵੇਂ ਹੁਣ ਇਹਨਾਂ ਨੇ ਐਗਜ਼ਾਮਪਲ ਲਈ, ਕੰਪਿਊਟ ਦਾ ਰੇਸ਼ੋ ਬਿਟਵੀਨ ਦਾ ਪ੍ਰਾਈਸ ਆਫ ਅ ਸ਼ੇਅਰ ਐਂਡ ਅਰਨਿੰਗ ਆਫ ਸ਼ੇਅਰ। ਕਿ ਆਪਾਂ ਕੋਈ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟ ਕੀਤਾ ਤਾਂ ਆਪਾਂ ਰੇਸ਼ੋ ਕੰਪਿਊਟ ਕਰਨੀ ਹੈ ਕਿ ਆਪਾਂ ਪੈਸਾ ਕਿੰਨਾ ਲਗਾਇਆ ਅਤੇ ਆਪਾਂ ਨੂੰ ਅਰਨਿੰਗ ਕਿੰਨੀ ਹੋਈ। ਤਾਂ ਆਪਾਂ ਇੱਕ ਅਲੱਗ-ਅਲੱਗ ਸਰਕਮਟਾਂਸ ਹੋਣਗੇ, ਕਦੇ ਆਪਾਂ ਨੂੰ ਪ੍ਰੋਫਿਟ ਹੋਊ, ਕਦੇ ਆਪਾਂ ਨੂੰ ਲੋਸ ਹੋਊ। ਅਲੱਗ-ਅਲੱਗ ਸਰਕਮਟਾਂਸ ਦੇ ਵਿੱਚ ਆਪਣੀ ਜਿਹੜੀ ਪ੍ਰੋਸੀਜਰਲ ਨੌਲੇਜ ਹੈ ਉਹ ਕੰਮ ਕਰੂਗੀ। ਤਾਂ ਜੇਕਰ ਆਪਾਂ ਉੱਥੇ ਕੰਡੀਸ਼ਨ ਲਗਾ ਦਿੱਤੀ ਕਿ ਜੇ ਤਾਂ ਰੇਸ਼ੋ 20 ਤੋਂ ਵੱਧ ਹੋਈ ਤਾਂ ਆਪਾਂ ਇਨਵੈਸਟੀਗੇਸ਼ਨ ਸਟੋਪ ਕਰ ਦਾਂਗੇ, ਆਪਾਂ ਨੂੰ ਇਨਵੈਸਟੀਗੇਸ਼ਨ ਦੀ ਕੋਈ ਲੋੜ ਨਹੀਂ, ਆਪਾਂ ਨੂੰ ਪ੍ਰੋਫਿਟ ਹੋ ਰਿਹਾ। ਬਟ ਜੇ ਇਨਵੈਸਟੀਗੇਸ਼ਨ ਰਿਸਕੀ ਹੁੰਦੀ, ਆਪਣਾ ਲੈਸ ਦੈਨ 20 ਆਉਂਦਾ, ਠੀਕ ਹੈ, ਤਾਂ ਆਪਾਂ ਆਪਦੀ ਬੈਲੈਂਸ ਸ਼ੀਟ ਚੈੱਕ ਕਰਾਂਗੇ। ਜੇਕਰ ਆਪਾਂ ਨੂੰ ਹਰ ਵਾਰ ਹੀ 20 ਤੋਂ ਲੈਸ ਆ ਰਿਹਾ ਤਾਂ ਆਪਾਂ ਆਪਦਾ ਕੋਈ ਹੋਰ ਨੌਲੇਜ ਯੂਜ਼ ਕਰਕੇ ਡਿਸੀਜ਼ਨ ਲਵਾਂਗੇ ਕਿ ਆਪਾਂ ਇਸ ਬਿਜ਼ਨਸ ਨੂੰ ਅੱਗੇ ਕੰਟੀਨਿਊ ਕਰਨਾ ਜਾਂ ਨਹੀਂ। ਜੇਕਰ ਆਪਾਂ ਨੂੰ ਬੈਲੈਂਸ ਸ਼ੀਟ ਦੇ ਵਿੱਚ ਇਹ ਹੋਇਆ ਕਿ ਫਸਟ ਵਾਰ ਕੋਈ ਆਪਾਂ ਨੂੰ ਹੈ ਨਾ ਚਲੋ ਲੋਸ ਹੋ ਰਿਹਾ, ਤਾਂ ਆਪਾਂ ਕੀ ਆ ਉਸ ਅਕੋਰਡਿੰਗ ਡਿਸੀਜ਼ਨ ਲਵਾਂਗੇ। ਐਡਵਾਂਟੇਜ ਕੀ ਹੈ ਇਸ ਦੀ, ਹਿਊਰਿਸਟਿਕ ਹੈ ਕਿ ਆਪਾਂ ਨੂੰ ਬਹੁਤ ਥੋੜ੍ਹੇ ਟਾਈਮ ਦੇ ਵਿੱਚ ਬਹੁਤ ਵਧੀਆ ਸਲਿਊਸ਼ਨ ਹੈ ਜਿਹੜਾ ਫਾਈਂਡ ਆਊਟ ਹੋ ਜਾਂਦਾ। ਡਿਫੋਲਟ ਰੀਜ਼ਨਿੰਗ ਹੈ ਕਿ ਆਪਾਂ ਨੂੰ ਡਾਇਰੈਕਟ ਆਨਸਰ ਮਿਲ ਜਾਂਦਾ, ਅਲੱਗ-ਅਲੱਗ ਆਪਸ਼ਨਸ ਨਹੀਂ ਮਿਲਦੀਆਂ, ਇੱਕੋ ਹੀ ਫਿਕਸ ਆਨਸਰ ਮਿਲਦਾ ਕਿ ਬਿਜ਼ਨਸ ਅੱਗੇ ਸਟਾਰਟ ਕਰਨਾ ਜਾਂ ਨਹੀਂ ਕਰਨਾ। ਡਿਸਐਡਵਾਂਟੇਜ ਕੀ ਹੈ, ਕੰਪਲੀਟਨੈਸ, ਮਤਲਬ ਹਰ ਕੇਸ ਦੇ ਵਿੱਚ ਜ਼ਰੂਰੀ ਨਹੀਂ ਕਿ ਆਪਾਂ ਨੂੰ ਕੰਪਲੀਟ ਨੌਲੇਜ ਮਿਲੂ। ਕਈ ਕੇਸ ਇੱਦਾਂ ਦੇ ਹੁੰਦੇ ਆਪਾਂ ਨੂੰ ਕੰਪਲੀਟਨੈਸ ਮਤਲਬ ਕੰਪਲੀਟ ਨੌਲੇਜ ਨਹੀਂ ਮਿਲਦੀ। ਕੰਸਿਸਟੈਂਸੀ, ਅਤੇ ਹਰ ਵਾਰ ਜ਼ਰੂਰੀ ਨਹੀਂ ਹੁੰਦਾ ਕਿ ਜਿਹੜਾ ਆਪਾਂ ਇਸ ਨੌਲੇਜ ਦੇ ਰਿਪਰੈਜ਼ੈਂਟ ਆਪਾਂ ਨੂੰ ਮਿਲ ਰਹੀ ਆ ਉਹ ਕਰੈਕਟ ਹੋਵੇ ਜਾਂ ਨਾ ਹੋਵੇ। ਫਿਰ ਹੈਗਾ ਜੀ ਆਪਣਾ ਇਸ਼ੂਜ਼ ਇਨ ਨੌਲੇਜ ਰਿਪਰੈਜ਼ੈਂਟਿੰਗ, ਕਿ ਇਸ਼ੂ ਕੀ ਆਉਂਦੇ ਨੇ ਨੌਲੇਜ ਨੂੰ ਰਿਪਰੈਜ਼ੈਂਟ ਕਰਨ ਲੱਗੇ ਆਪਾਂ ਨੂੰ, ਹੈ ਨਾ। ਨੌਲੇਜ ਨੂੰ ਆਪਾਂ ਕਿਸੇ ਸਟਰਕਚਰ ਦੇ ਵਿੱਚ ਔਰਗਨਾਈਜ਼ ਕਰਨਾ ਤਾਂ ਆਪਾਂ ਨੂੰ ਕੀ ਇਸ਼ੂ ਦਾ ਜਿਹੜਾ ਸਾਹਮਣਾ ਕਰਨਾ ਪਊਗਾ। ਪਹਿਲਾਂ ਤਾਂ ਆਪਣਾ ਹੈਗਾ ਇੰਪੋਰਟੈਂਟ ਐਟਰੀਬਿਊਟ। ਤਾਂ ਸਭ ਤੋਂ ਪਹਿਲਾਂ ਕੀ ਹੈ, ਕਈ ਤਰ੍ਹਾਂ ਦੀਆਂ ਪ੍ਰੋਬਲਮਸ ਆਪਣੇ ਕੋਲ ਆਉਂਦੀਆਂ, ਬਟ ਆਪਾਂ ਨੂੰ ਕੀ ਸਭ ਤੋਂ ਪਹਿਲਾਂ ਤਾਂ ਜਿਹੜੇ ਆਪਣੇ ਨੌਲੇਜ ਦੇ ਵਿੱਚ ਇੰਪੋਰਟੈਂਟ ਐਟਰੀਬਿਊਟ ਹੋਣਗੇ ਉਹਨਾਂ 'ਤੇ ਫੋਕਸ ਕਰਨਾ ਪਊ। ਜਿਹੜੇ ਆਪਣੇ ਇੰਪੋਰਟੈਂਟ ਐਟਰੀਬਿਊਟ ਹੈ ਉਹਨਾਂ ਨੂੰ ਆਪਾਂ ਨੂੰ ਅੱਛੀ ਤਰ੍ਹਾਂ ਜਿਹੜਾ ਹੈਗਾ ਔਰਗਨਾਈਜ਼ ਕਰਨਾ ਪਊ, ਅੱਛੇ ਮੈਨਰ ਦੇ ਵਿੱਚ ਉਹਨਾਂ ਨੂੰ ਰਿਪਰੈਜ਼ੈਂਟ ਕਰਨਾ ਪਊ। ਫਿਰ ਕੀ ਹੈ, ਰਿਲੇਸ਼ਨਸ਼ਿਪ, ਕਿ ਜਿੰਨੇ ਆਪਾਂ ਆਬਜੈਕਟ ਜਾਂ ਜਿੰਨੇ ਆਬਜੈਕਟ ਦੀ ਐਟਰੀਬਿਊਟਸ ਆਪਾਂ ਸਟੋਰ ਕਰਵਾਏ ਰਹੇ ਹਾਂ ਉਹਨਾਂ ਦੀ ਆਪਸ ਵਿੱਚ ਰਿਲੇਸ਼ਨਸ਼ਿਪ ਕੀ ਹੈ, ਉਹਨਾਂ ਦੀ ਰਿਲੇਸ਼ਨਸ਼ਿਪ ਆਪਾਂ ਨੂੰ ਸ਼ੋਅ ਕਰਨੀ ਪਊਗੀ, ਤਾਂ ਕਿ ਜਦੋਂ ਕੋਈ ਥਰਡ ਪਰਸਨ ਆਪਣੀ ਨੌਲੇਜ ਨੂੰ ਜਿਹੜੀ ਰਿਪਰੈਜ਼ੈਂਟ ਕੀਤੀ ਆ ਉਹਦੇ ਵਿੱਚੋਂ ਜੇ ਕੋਈ ਨੌਲੇਜ ਯੂਜ਼ ਕਰਨੀ ਚਾਹਵੇ ਤਾਂ ਉਹਨੂੰ ਰਿਲੇਸ਼ਨਸ਼ਿਪ ਸਮਝ ਆ ਜਾਏ ਕਿ ਕਿਸ ਤਰ੍ਹਾਂ ਕਿਸ ਦੋ ਆਬਜੈਕਟ ਦਾ ਜਾਂ ਦੋ ਐਟਰੀਬਿਊਟ ਦਾ ਆਪਸ ਵਿੱਚ ਰਿਲੇਸ਼ਨ ਬਣਦਾ। ਜਿਵੇਂ ਇਹਨਾਂ ਨੇ ਐਗਜ਼ਾਮਪਲ ਲਈ ਹੈ, ਕਲਾਸ ਬ੍ਰੈਕਟ ਸ਼ੁਰੂ ਰਜਤ ਕੋਮਾ BCA, ਕਿ ਰਜਤ ਸਟੱਡੀ ਕਰ ਰਿਹਾ ਇਨ ਦਾ ਕਲਾਸ ਆਫ BCA। ਤਾਂ ਇਹਨੂੰ ਰਿਪਰੈਜ਼ੈਂਟ ਕਰਨ ਦਾ ਤਰੀਕਾ ਅੱਛਾ ਸੀ, ਤਾਂ ਆਪਾਂ ਨੂੰ ਸਮਝ ਆ ਗਿਆ ਕਿ ਰਜਤ ਹੈ ਜਿਹੜਾ BCA ਕਲਾਸ ਦਾ ਬੱਚਾ। ਜੇਕਰ ਆਪਣਾ ਰਿਪਰੈਜ਼ੈਂਟ ਕਰਨ ਦਾ ਮੈਥਡ ਸਹੀ ਹੋਊਗਾ, ਰਿਲੇਸ਼ਨਸ਼ਿਪ ਉਹਨਾਂ ਦੇ ਵਿੱਚ ਸਹੀ ਦਿਖਾਈ ਹੋਊਗੀ, ਤਾਂ ਆਪਾਂ ਕੀ ਉਹਨੂੰ ਈਜ਼ੀਲੀ ਯੂਜ਼ ਕਰ ਸਕਦੇ ਹਾਂ। ਗ੍ਰੈਨੂਲੈਰਿਟੀ ਹੈਗਾ ਨੈਕਸਟ, ਕਿ ਇਟ ਇਜ਼ ਅ ਲੈਵਲ ਵੇਅਰ ਨੌਲੇਜ ਐਂਡ ਪ੍ਰਿਮਿਟਿਵ ਸ਼ੁੱਡ ਬੀ ਪ੍ਰੈਜੈਂਟ, ਕਿ ਨੌਲੇਜ ਵੀ ਹੋਣੀ ਚਾਹੀਦੀ ਹੈ, ਕਿ ਆਪਾਂ ਕਹਿ ਰਹੇ ਉਹਦੇ ਐਟਰੀਬਿਊਟ ਹੈ ਨਾ ਹੋਣ, ਐਟਰੀਬਿਊਟ ਦੀ ਰਿਲੇਸ਼ਨਸ਼ਿਪ ਹੋਵੇ ਤਾਂ ਕੀ ਹੈ ਨੌਲੇਜ ਵੀ ਹੋਣੀ ਚਾਹੀਦੀ ਹੈ, ਪ੍ਰੋਪਰ ਨੌਲੇਜ ਹੋਵੇ। ਇਹ ਨਾ ਹੋਵੇ ਕਿ
ਹਾਫ ਨੌਲੇਜ ਆਪਾਂ ਨੂੰ ਰੀਪ੍ਰਜੈਂਟ ਕਰ ਰਿਹਾ। ਪ੍ਰੋਪਰ ਨੌਲੇਜ ਹੋਣੀ ਚਾਹੀਦੀ ਹੈ ਉਹਨਾਂ ਦੇ ਪ੍ਰਿਮਿਟਿਵਸ ਕੀ ਮਤਲਬ ਨੌਲੇਜ ਹੈ ਨਾ ਕਿੱਥੇ ਯੂਜ਼ ਕੀਤੀ ਗਈ ਹੈ ਇਹ ਵਾਲੀ। ਜਿਵੇਂ ਹੁਣ ਇਹਨਾਂ ਨੇ ਐਗਜ਼ਾਮਪਲ ਲਈ ਹੈ, ਕਹਿੰਦੇ ਇੰਗਲਿਸ਼ ਕਹਿੰਦੇ ਬਹੁਤ ਰਿਚ ਲੈਂਗੁਏਜ ਹੈ ਨਾ, 500,000 ਵਰਡਸ ਇਹਦੇ ਵਿੱਚ ਹੋ ਸਕਦੇ ਆ। ਪਰ ਕਹਿੰਦੇ ਇਹਦੇ ਵਿੱਚ ਡਿਫੀਕਲਟੀ ਕੀ ਹੁੰਦੀ ਹੈ ਕਿ ਪ੍ਰਿਮਿਟਿਵ ਕੀ ਹੈ ਕਿ ਮੰਨ ਲਓ ਇੰਗਲਿਸ਼ ਦੇ ਇੱਕ ਵਰਡ ਦੇ ਕਿੰਨੇ ਜ਼ਿਆਦਾ ਹੀ ਮੀਨਿੰਗ ਨਿਕਲਦੇ ਆ, ਤਾਂ ਕਿਸੇ ਜਗ੍ਹਾ 'ਤੇ ਕਿਸੇ ਮਤਲਬ ਵਰਡ ਦਾ ਕੋਈ ਮੀਨਿੰਗ ਹੁੰਦਾ, ਕਿਸੇ ਵਰਡ ਦਾ ਕੋਈ ਮੀਨਿੰਗ ਹੁੰਦਾ। ਪ੍ਰਿਮਿਟਿਵ ਹੁੰਦਾ ਕਿ ਉਹਨੂੰ ਰੀਪ੍ਰਜੈਂਟ ਕਰਨ ਦਾ ਤਰੀਕਾ ਇਹੋ ਜਿਹਾ ਹੋਵੇ ਕਿ ਆਪਾਂ ਨੂੰ ਉਹਨੂੰ ਆਸ ਪਾਸ ਜਿਹੜੇ ਉਹਦੇ ਸੈਂਟੈਂਸ ਹੈ ਉਹਨਾਂ ਤੋਂ ਵੇਖ ਕੇ ਪਤਾ ਲੱਗ ਜੇ ਕਿ ਇਸ ਜਗ੍ਹਾ 'ਤੇ ਜੇਕਰ ਇਹ ਵਰਡ ਯੂਜ਼ ਕੀਤਾ ਤਾਂ ਇਹਦਾ ਕੀ ਮੀਨਿੰਗ ਲੈ ਕੇ ਉਹਨਾਂ ਨੇ ਯੂਜ਼ ਕੀਤਾ। ਪ੍ਰਿਮਿਟਿਵਸ ਦੇ ਵਿੱਚ ਹੁੰਦਾ। ਇੱਕ ਐਗਜ਼ਾਮਪਲ ਜਿਵੇਂ ਇਹਨਾਂ ਨੇ ਲਈ ਰਾਮ ਇਜ਼ ਸ਼ਾਮਸ ਕਜ਼ਨ, ਤਾਂ ਇਹਨੂੰ ਆਪਣਾ ਲਿਖਣ ਦਾ ਕੀ ਤਰੀਕਾ ਹੋਊ ਕਿ ਜਿਹੜਾ ਰਾਮ ਹੈ ਉਹ ਸ਼ਾਮ ਦਾ ਕਜ਼ਨ ਹੈ, ਮਤਲਬ ਉਹ ਮਾਸੀਆਂ ਦੇ ਬੱਚੇ ਵੀ ਹੋ ਸਕਦੇ ਆ ਨਾ, ਚਾਚੇ ਤਾਇਆਂ ਦੇ ਵੀ ਹੋ ਸਕਦੇ ਹੈ, ਮਾਮੇ ਭੂਆ ਦਾ ਬੱਚਾ ਵੀ ਹੋ ਸਕਦਾ ਇਸ ਤਰੀਕੇ। ਤਾਂ ਹੀ ਉਹ ਕਿਹਾ ਵੀ ਸ਼ਾਮ ਦੇ ਮੰਮੀ ਜਾਂ ਪਾਪਾ, ਉਹ ਭੈਣ ਜਾਂ ਭਰਾ ਹੋਣਗੇ ਕਿਹਦੇ, ਰਾਮ ਦੇ ਮੰਮੀ ਜਾਂ ਪਾਪਾ ਦੇ। ਤਾਂ ਹੀ ਉਹਨਾਂ ਨੇ ਲਿਖਿਆ ਰਾਮ ਇਜ਼ ਇਕੁਅਲ ਟੂ, ਦੇਖੋ ਰਾਮ ਇਜ਼ ਇਕੁਅਲ ਟੂ, ਰਾਮ ਕੀ ਹੈ ਸਨ ਹੈ ਜਾਂ ਡੋਟਰ ਹੈ ਕਿਹਦਾ, ਮੰਮੀ ਬ੍ਰਦਰ ਜਾਂ ਸਿਸਟਰ ਦਾ, ਕਿਹਦੇ ਬ੍ਰਦਰ ਜਾਂ ਸਿਸਟਰ ਦਾ, ਸ਼ਾਮ ਦੇ ਪੇਰੈਂਟ, ਸ਼ਾਮ ਦੇ ਮੰਮੀ ਜਾਂ ਪਾਪਾ ਦਾ ਜਿਹੜਾ ਬ੍ਰਦਰ ਜਾਂ ਸਿਸਟਰ ਉਹਦਾ ਬੇਟਾ ਜਾਂ ਬੇਟੀ ਹੈ ਰਾਮ ਹੈਗਾ। ਤਾਂ ਇਹਨੂੰ ਰੀਪ੍ਰਜੈਂਟ ਕਰਵਾਇਆ। ਨੈਕਸਟ ਆਪਣਾ ਹੈਗਾ ਜੀ ਰਿਕੁਆਇਰਮੈਂਟ ਆਫ ਕਿ ਕੀ ਰਿਕੁਆਇਰਮੈਂਟ ਹੈਗੀ ਆਪਾਂ ਨੂੰ ਨੌਲੇਜ ਨੂੰ ਰੀਪ੍ਰਜੈਂਟ ਕਰਵਾਉਣ ਦੇ ਲਈ। ਰੀਪ੍ਰਜੈਂਟੇਸ਼ਨਲ ਐਡਿਕੁਏਸੀ, ਇਹਦੇ ਵਿੱਚ ਕੀ ਡਿਫਰੈਂਟ ਕਾਈਂਡ ਆਫ ਡੋਮੇਨ ਕਿ ਹਰ ਇੱਕ ਤਰ੍ਹਾਂ ਦੀ ਆਪਣੇ ਕੋਲ ਨੌਲੇਜ ਹੋਣੀ ਚਾਹੀਦੀ ਹੈ, ਹਰ ਇੱਕ ਤਰ੍ਹਾਂ ਦਾ ਡੋਮੇਨ ਆਪਣੇ ਕੋਲ ਅਵੇਲੇਬਲ ਹੋਣਾ ਚਾਹੀਦਾ ਜਿਸ ਬਾਰੇ ਆਪਾਂ ਨੌਲੇਜ ਗੇਨ ਕਰ ਰਹੇ ਹਾਂ। ਇਨਫਰੈਂਸ਼ੀਅਲ ਐਡਿਕੁਏਸੀ, ਐਬਿਲਿਟੀ ਟੂ ਮੈਨੂਪਲੇਟ ਦਾ ਰਿਪਰਜੈਂਟੇਸ਼ਨ ਸਟਰਕਚਰ ਕਿ ਜਿਹੜਾ ਆਪਣੇ ਕੋਲ ਐਗਜ਼ਿਸਟਿੰਗ ਸਟਰਕਚਰ ਹੈ ਉਹਨੂੰ ਮੈਨੂਪਲੇਟੇਬਲ ਹੋਣਾ ਚਾਹੀਦਾ। ਜੇਕਰ ਆਪਾਂ ਉਹਦੇ ਵਿੱਚ ਨਿਊ ਸਟਰਕਚਰ ਐਡ ਕਰਨਾ, ਐਗਜ਼ਿਸਟਿੰਗ ਸਟਰਕਚਰ ਦੇ ਵਿੱਚ ਕੋਈ ਨਵੇਂ ਆਪਾਂ ਨੌਲੇਜ ਦੇ ਕਾਲਮ ਵਗੈਰਾ ਐਡ ਕਰਨੇ ਆ ਜਾਂ ਨਵੇਂ ਡਿਜ਼ਾਈਨ ਥੋੜ੍ਹਾ ਬਹੁਤ ਚੇਂਜ ਕਰਨਾ, ਤਾਂ ਕਿ ਉਹ ਫਲੈਕਸੀਬਲ ਹੋਣਾ ਚਾਹੀਦਾ। ਇਨਫਰੈਂਸ਼ੀਅਲ ਐਫੀਸ਼ੀਐਂਸੀ ਐਬਿਲਿਟੀ ਟੂ ਇਨਕੋਰਪੋਰੇਟ ਐਡੀਸ਼ਨਲ ਇਨਫੋਰਮੇਸ਼ਨ ਇਨਟੂ knowledge structure which can be used to focus the attention of the inference mechanism ਕਿ ਜਿਹੜਾ ਆਪਣਾ ਸਟਰਕਚਰ ਹੈਗਾ ਪੁਰਾਣਾ ਸਟਰਕਚਰ ਪੁਰਾਣੀ, ਬਟ ਆਪਾਂ ਉਹਦੇ ਵਿੱਚ ਕੀ ਹੈ ਨਵੀਂ ਇਨਫੋਰਮੇਸ਼ਨ ਐਡ ਕਰਨੀ ਚਾਹੁੰਦੇ ਹਾਂ, ਤਾਂ ਕਿ ਨਵੀਂ ਨੌਲੇਜ ਆਪਣੀ ਉਸੇ ਸਟਰਕਚਰ ਦੇ ਵਿੱਚ ਐਡਜਸਟੇਬਲ ਹੋਣੀ ਚਾਹੀਦੀ ਹੈ। ਐਕਿਊਸੇਸ਼ਨਲ ਐਫੀਸ਼ੀਐਂਸੀ, ਤਾਂ ਕਿ ਇਹ ਨਵੀਂ ਨੌਲੇਜ ਆਪਾਂ ਨੂੰ ਈਜ਼ੀਲੀ ਮਿਲਣੀ ਚਾਹੀਦੀ ਹੈ। ਨਵੀਂ ਨੌਲੇਜ ਹੈ ਜਿਹੜੀ ਆਪਾਂ ਨੂੰ ਟਾਈਮ ਟੂ ਟਾਈਮ ਮਿਲਦੀ ਰਹਿਣੀ ਚਾਹੀਦੀ ਹੈ ਤਾਂ ਕਿ ਆਪਾਂ ਆਪਦੇ ਜਿਹੜਾ ਡੇਟਾਬੇਸ ਦੇ ਵਿੱਚ ਸਟੋਰ ਕਰ ਸਕੀਏ। ਨੈਕਸਟ ਜਿਹੜੀ ਇਹਨਾਂ ਨੇ ਐਗਜ਼ਾਮਪਲਸ ਦਿੱਤੀਆਂ, ਸਿੰਪਲ ਰਿਲੇਸ਼ਨਲ ਸਟਰਕਚਰ, ਪ੍ਰੈਡੀਕੇਟ ਲੌਜਿਕ, ਕਨਸੈਪਚੁਅਲ ਡਿਪੈਂਡੈਂਸੀ, ਸਿਮੈਂਟਿਕ ਨੈਟ, ਸਕ੍ਰਿਪਟ ਫਰੇਮ। ਇਹ ਵਾਲੇ ਟੌਪਿਕ ਹੈ ਜੀ ਆਪਣੇ ਨੈਕਸਟ ਮਤਲਬ ਲੈਕਚਰ ਦੇ ਵਿੱਚ ਆਪਾਂ ਕਵਰ ਅਪ ਕਰਾਂਗੇ। ਅਤੇ ਇਹ ਵਾਲੇ ਟੌਪਿਕ ਆਪਣੇ ਆਉਂਦੇ ਹੈਗੇ ਆ ਮੈਥਡ ਆਫ ਨੌਲੇਜ ਰੀਪ੍ਰਜੈਂਟੇਸ਼ਨ ਦੇ ਵਿੱਚ ਆਉਂਦੇ ਕਿ ਨੌਲੇਜ ਨੂੰ ਰੀਪ੍ਰਜੈਂਟ ਕਰਨ ਦੇ ਕਿਹੜੇ ਕਿਹੜੇ ਮੈਥਡ ਆ, ਉਹਦੇ ਅੰਡਰ ਇਹ ਆਪਣੇ ਟੌਪਿਕ ਆਉਂਦੇ ਨੇ।